ਢਿੱਲੋਂ ਸਾਹਿਬ, ਉਹ ਢਿੱਲੋਂ ਸਾਹਿਬ, ਉਹ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਬਿੱਲੂ ਤੁਸੀਂ ਇੱਥੇ? ਅੱਜ ਬਿੱਲੂ ਕੱਲਾ ਨਹੀਂ, ਇੱਕ ਧੀ ਦਾ ਬਾਪ ਵੀ ਆਇਆ ਹੈ। ਬੁਲਾਓ ਫਿਰ ਉਹਨਾਂ ਨੂੰ। ਧੀ ਦਾ ਬਾਪ ਮੈਂ ਹੀ ਹੈ ਸਰ। ਬੈਠੋ ਫਿਰ। ਮੈਂ ਇੱਕ ਕੌਣ ਹੈ? ਜ਼ਰੂਰੀ ਉਹ ਗੱਲ ਤੁਸੀਂ ਕਰਨਾ ਰੈਡੀ? ਹਾਂਜੀ ਹੁਕਮ। ਦਰਅਸਲ ਜੀ ਮੈਂ ਆਪਣੀ ਧੀ ਦੇ ਰਿਸ਼ਤੇ ਲਈ ਆਇਆ। ਪਰ ਅਸੀਂ ਤਾਂ ਰਿਸ਼ਤੇ ਕਰਾਉਂਦੇ ਹੀ ਨਹੀਂ, ਅਲਬੱਤਾ ਤੜਵਾਉਂਦੇ ਜ਼ਰੂਰ ਆ ਜੇ ਕੋਈ ਡਿਵੋਰਸ ਕੇਸ ਆ ਜਾਵੇ। ਤੁਸੀਂ ਗੱਲ ਸਮਝੇ ਨਹੀਂ ਜੀ। ਮੈਂ ਆਪਣੀ ਧੀ ਲਈ ਤੁਹਾਡੇ ਮੁੰਡੇ ਦਾ ਹੱਥ ਮੰਗਣ ਆਇਆ। ਅੱਲੇ ਜੇ ਇਹਨਾਂ ਦੇ ਮੁੰਡੇ ਦੋ ਹੱਥ ਹੈਗੇ, ਇਹਦਾ ਮਤਲਬ ਐ ਥੋੜਾ ਕਿ ਦੋਏ ਹੱਥ ਅੱਡ-ਅੱਡ ਜਗ੍ਹਾ ਤੇ ਦੇ ਦੇਣ। ਇਹ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਮੇਰੀ ਤਾਂ ਕੁਝ ਸਮਝ ਨਹੀਂ ਆ ਰਿਹਾ। ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਸਾਡਾ ਮੁੰਡਾ ਆਲਰੇਡੀ ਮੈਰਿਡ ਹੈ, ਸੋ ਵੀ ਆਰ ਰੀਅਲੀ ਵੈਰੀ ਸੌਰੀ। ਇਹ ਅੰਗਰੇਜ਼ੀ ਚ ਕੀ ਆ ਬਾਤਾਂ ਬੋਲੀ ਜਾ ਰਹੇ ਹੋ? ਸਰ ਜੀ, ਤੁਹਾਡਾ ਮੁੰਡਾ ਮੇਰੀ ਧੀ ਨੂੰ ਪਿਆਰ ਕਰਦਾ ਹੈ। ਬਾਪ ਬੇਟਾ ਦੋਨੋਂ ਠਰ ਗਏ। ਗਲਤ ਗੱਲ ਹੈ ਯਾਰ। ਤੁਹਾਨੂੰ ਭੁਲੇਖਾ ਪਿਆ ਹੋਣਾ, ਉਹ ਕਲਾਇੰਟ ਵਾਲਾ ਪਿਆਰ ਕਰਦਾ ਹੋਣਾ। ਤੁਸੀਂ ਕਦੋਂ ਤੋਂ ਕਲੈਂਟਾਂ ਨਾਲ ਪਿਆਰ ਕਰਨ ਲੱਗ ਪਏ? ਉਹ ਵੀ ਐ ਹੱਥਾਂ 'ਚ ਹੱਥ ਪਾ ਕੇ। ਭਾਈ ਸਾਹਿਬ, ਤੁਸੀਂ ਇੱਕ ਵਿਆਹੇ ਵਰੇ ਬੰਦੇ ਬਾਰੇ ਕੀ ਬਕਵਾਸ ਕਰ ਰਹੇ ਹੋ? ਤੁਹਾਡਾ ਮੁੰਡਾ ਇਹ ਸਭ ਕਰ ਸਕਦਾ ਹੈ, ਮੈਂ ਬਕਵਾਸ ਵੀ ਨਹੀਂ ਕਰ ਸਕਦਾ। ਯਾਰ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ? ਐਡੀ ਜਲਦੀ ਤਾਂ ਬੰਦੇ ਤਾਂ ਆਪਣੀ ਪਹਿਲੀ ਘਰ ਵਾਲੀ ਤੋਂ ਜੀ ਨਹੀਂ ਭਰਦਾ, ਔਰ ਦੂਜੀ ਚ ਕਿਵੇਂ ਇੰਟਰਸਟ ਲੈ ਲੂ? ਕੋਈ ਢੀੜ ਬੰਦੇ ਹੁੰਦੇ ਆ ਜੀਜੂ, ਦੂਜੀ ਥਾਂ ਵੀ ਲਾਲਾਂ ਸਿੱਟ ਲੈਂਦੇ ਹਨ। ਇਹ ਪਹਿਲੀ ਦੂਜੀ ਕੀ ਕਰ ਰਹੇ ਹੋ ਤੁਸੀਂ? ਮੈਂ ਤੁਹਾਨੂੰ ਕਹਿ ਰਿਹਾ, ਤੁਹਾਡੇ ਮੁੰਡੇ ਨੇ ਮੇਰੀ ਧੀ ਨੂੰ ਵਾਅਦਾ ਕੀਤਾ ਹੈ ਕਿ ਉਹ ਉਹਦੇ ਨਾਲ ਹੀ ਵਿਆਹ ਕਰਾਏਗਾ। ਭਾਈ ਸਾਹਿਬ, ਤੁਹਾਡੀ ਧੀ ਨੂੰ ਕੋਈ ਗਲਤਫਹਿਮੀ ਹੋਈ ਹੋਣੀ ਆ, ਪਲੀਜ਼ ਇੱਕ ਵਾਰੀ ਉਹਦੇ ਕੋਲ ਰੀਕਨਫਰਮ ਕਰਾ ਲਓ ਕਿ ਇਹ ਉਹੀ ਮੁੰਡਾ। ਓਏ ਮੈਂ ਕਹਿ ਰਿਹਾ ਤੁਹਾਨੂੰ, ਮੈਂ ਉਹਨਾਂ ਨੂੰ ਹੱਥ ਪਾਇਆ ਦੇਖਿਆ। ਮੇਰਾ ਮੁੰਡਾ ਇੰਨਾ ਸ਼ਰੀਫ ਆ, ਮੈਨੂੰ ਤਾਂ ਲੱਗਦਾ ਉਹਨੇ ਕਦੇ ਆਪਣੀ ਘਰ ਵਾਲੀ ਨੂੰ ਨਹੀਂ ਹੱਥ ਪਾਇਆ ਹੋਣਾ। ਬਹੁਤ ਹੋ ਗਿਆ, ਹੁਣ ਤੁਸੀਂ ਤਸ਼ਰੀਫ ਦਾ ਟੋਕਰਾ ਆਪਣੇ ਆਪ ਬਾਹਰ ਲੈ ਕੇ ਜਾਣਾ ਕਿ ਮੈਂ ਚੱਕ ਕੇ ਤੁਹਾਨੂੰ ਬਾਹਰ ਸਿੱਟਾਂ? ਸ਼ਾਬਾਸ਼ੀ ਸ਼ਾਬਾਸ਼ੀ, ਇਹ ਹੈ ਤੁਹਾਡੇ ਪੜ੍ਹੇ ਲਿਖਿਆਂ ਦੇ ਮੈਨਰਸ। ਮੈਨੂੰ ਲੱਗਦਾ ਹੈ ਕਾਲਾ ਕੋਟ ਵੀ ਛੋਲੇ ਦੇ ਕੇ ਪਾਇਆ ਹੈ। ਕੀ ਮਤਲਬ ਉਹ ਤੇਰਾ? ਮੈਂ ਸਮਝਾਉਂਦਾ। ਦੇਖੋ, ਜਦੋਂ ਆਪਾਂ ਨਿੱਕੇ ਹੁੰਦੇ ਸਕੂਲੇ ਪੜ੍ਹਦੇ ਹੁੰਦੇ ਸੀ ਨਾ, ਤਾਂ ਕਈ ਮੁੰਡੇ ਮਾਸਟਰਾਂ ਨੂੰ ਛੱਲੀਆਂ ਗੁੜ ਛੋਲੇ ਛਾਲੇ ਦੇ ਕੇ ਪਾਸ ਹੋ ਜਾਂਦੇ ਸੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ, ਤੁਸੀਂ ਵੀ ਛੋਲੇ ਦੇ ਕੇ ਕਾਲਾ ਕੋਟ ਪਾਇਆ ਹੋਣਾ। ਜੇ ਤੂੰ ਹੁਣ ਇੱਕ ਵੀ ਅੱਖਰ ਹੋਰ ਬਕਵਾਸ ਕੀਤਾ ਨਾ, ਮੈਂ ਤੇਰੀਆਂ ਜੜ੍ਹਾਂ ਕੱਢ ਦੇਣੀਆਂ। ਉਹ ਤੁਸੀਂ ਕੀ ਕੱਢੋਗੇ ਜੜ੍ਹਾਂ? ਮੈਂ ਤਾਂ ਪਹਿਲਾਂ ਹੀ ਕਢਾਈਆਂ ਹੋਈਆਂ। ਆ ਦੇਖੋ। ਪਰ ਜੇ ਮੇਰੀ ਕੁੜੀ ਨਾਲ ਕੁਝ ਗਲਤ ਹੋਇਆ ਨਾ, ਫਿਰ ਦੇਖ ਲਿਓ। ਜੇ ਤੁਹਾਡਾ ਮੁੰਡਾ ਵਿਆਹ ਨਿਕਲਿਆ ਨਾ, ਮੈਂ ਦੋਨਾਂ ਨੂੰ ਨਹੀਂ ਛੱਡਾਂਗਾ। ਇਹਦੇ ਚ ਮੈਂ ਕੀ ਕੀਤਾ? ਤੁਹਾਨੂੰ ਕੁਝ ਨਹੀਂ ਕਹਿ ਰਿਹਾ ਭਾਜੀ। ਠੀਕ ਹੈ, ਮੈਂ ਤੁਹਾਨੂੰ ਦੋਨਾਂ ਪਿਓ ਪੁੱਤਾਂ ਨੂੰ ਕੋਰਟ 'ਚ ਦੇਖਾਂਗਾ। ਆ ਦੇਖ ਲਈ, ਅਸੀਂ 24 ਘੰਟੇ ਕੋਰਟ 'ਚ ਹੀ ਹੁੰਨੇ ਆ। ਠੀਕ ਹੈ, ਫਿਰ ਤੁਹਾਨੂੰ ਤਾਂ ਤੁਹਾਡੇ ਚੈਂਬਰ ਤੋਂ ਲੈ ਕੇ ਕੋਰਟ ਤੱਕ ਕਸੀਟਣ ਨੂੰ ਵੀ ਟਾਈਮ ਨਹੀਂ ਲੱਗੇਗਾ। ਹਾਂ ਬਿੱਲੂ ਬਾਂਸਲ ਜੀ ਸਰ। ਚੱਕ ਆਪਣਾ ਡੱਬਾ ਵੀ ਇੱਥੋਂ। सोच लो। आउट नॉट आउट। ਜੀਜੂ ਡਿੱਬਾ ਤਾਂ ਰੱਖ ਲੈਂਦੇ। Shut up! ਜਿਸ ਤੋਂ ਮਠਾਈ ਖਾਣੇ ਸੀ ਉਸ ਤੋਂ ਗਾਲਾਂ ਖਾ ਲਿੱਤੀਆਂ ਤੁਸੀਂ। ਸਾਲਾ ਇਹ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ। ਜੀਜੂ ਲਫਾਸ ਕੀ ਜਸ ਜੇ ਗੱਲ ਵੱਧ ਗਈ ਨਾ, ਮੇਰਾ ਕੁਝ ਜਾਣਾ ਨਹੀਂ ਤੇ ਤੇਰਾ ਕੁਝ ਰਹਿਣਾ ਨਹੀਂ। ਜੇ ਰੱਬ ਨੇ ਕਿਰਪਾ ਕਰਤੀ, ਰਹਿਣਾ ਵਿਚੋਲੇ ਦਾ ਵੀ ਕੁਝ ਨਹੀਂ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਉਹ ਤੁਹਾਡੀ ਇਹ ਤਾਂ ਫੇਰ ਆ ਗਏ। ਉਹ ਯਾਰ ਜਿੰਨੀ ਛੇਤੀ ਆ ਗਏ ਆਪਣੇ ਘਰ ਦੀ ਘੰਟੀ ਮਾਰਦਾ ਨਾ, ਮੈਨੂੰ ਇਹ ਕੁੜੀ ਦਾ ਪਿਓ ਘੱਟ ਲੱਗਦਾ, ਸੇਲਸਮੈਨ ਵੱਧ ਲੱਗਦਾ। ਕੀ ਮਤਲਬ? ਮਤਲਬ ਇਹ ਹੈ ਕਿ ਜੇ ਤੂੰ 2 ਦਿਨ ਇਹਦੇ ਘਰ ਹੋਰ ਬਰਾਤ ਲੈ ਕੇ ਨਾ ਗਿਆ, ਤੈਨੇ ਆਪਣੀ ਕੁੜੀ ਦੀ ਹੋਮ ਡਿਲੀਵਰੀ ਦੇ ਜਾਣੀ ਇੱਥੇ ਆ ਕੇ ਜਿੰਨਾ ਕਾਲਾ ਪਿਆ। ਉਹ ਮੇਰਾ ਕੱਦਾ ਵਿਆਹ ਹੋਣਾ ਸੀ, ਸਾਰਾ ਪੰਗਾ ਤੁਸੀਂ ਪਾਇਆ ਹੋਇਆ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਤੂੰ ਫੇਰ ਆ ਗਿਆ? ਪਤਾ ਲੱਗਿਆ ਸੀਗਾ ਕਿ ਤੁਸੀਂ ਢਿੱਲੇ ਹੋ, ਇਸ ਕਰਕੇ ਹਾਲ ਚਾਲ ਪੁੱਛਣ ਆ ਗਿਆ। ਕਿਉਂ ਮੈਂ ਸਜੇਰੀਅਨ ਕਰਾਇਆ? ਜੇ ਹਾਲ ਚਾਲ ਪੁੱਛਣ ਆਏ ਗਏ ਸੀ, ਫਿਰ ਖਾਲੀ ਹੱਥ ਜ਼ਰੂਰ ਆਉਣਾ ਸੀ, ਨਾਲ ਫਲ ਫਰੂਟ ਲੈ ਆਉਣਾ ਸੀ। ਸਰ ਜੀ, ਮੈਨੂੰ ਤੁਹਾਡੀ ਬਿਮਾਰੀ ਦਾ ਪਤਾ ਨਹੀਂ ਕਿ ਇਹਦੇ ਚ ਕਿਹੜਾ ਫਰੂਟ ਸੂਟ ਕਰੇਗਾ ਤੁਹਾਨੂੰ। ਵੈਸੇ ਬਾਹਰ ਗੰਨਿਆਂ ਦੀ ਰੇੜੀ ਖੜੀ ਹੈ, ਕਹੋ ਤਾਂ ਰਸ ਮੰਗਾ ਦਾ ਜਾਂ ਗੰਡੇਰੀਆਂ ਖਾ ਲਓ। ਐਡਵੋਕੇਟ ਢਿੱਲੋਂ ਨੂੰ ਟੀਚਰ ਪਹਿਲੇ ਕੇਸ ਤਾਂ ਜ਼ਮਾਨਤ ਹੋਊਗੀ ਤੇ ਪੁੱਤ ਹੁਣ ਹੋਣੀ ਵੀ ਨਹੀਂ। ਇਹ ਕਿਹੀ ਜੀ ਬਿਮਾਰੀ ਹੈ ਤੁਹਾਨੂੰ? ਕੇਸ ਤਾਂ ਸਾਰੇ ਹੀ ਯਾਦ ਹੈ। ਮੁੰਡਾ ਵਿਆਹਿਆ ਹੈ ਕਿ ਕੁਵਾਰਾ ਹੈ, ਇਹ ਯਾਦ ਨਹੀਂ ਤੁਹਾਨੂੰ। ਕਿਹੜਾ ਕੁੱਤਾ ਕਹਿੰਦਾ ਮੇਰਾ ਮੁੰਡਾ ਕੁਆਰਾ? ਓਹੋ, ਛੱਡੋ ਇਹਨਾਂ ਗੱਲਾਂ ਨੂੰ। ਐ ਦੱਸੋ, ਤਬੀਅਤ ਕਿਵੇਂ ਹੈ ਤੁਹਾਡੀ? ਹੁਣ ਤੱਕ ਤਾਂ ਠੀਕ ਸੀ, ਪਰ ਤੂੰ ਮੈਨੂੰ ਦਿਮਾਗੀ ਬਿਮਾਰ ਜ਼ਰੂਰ ਕਰਕੇ ਜਾਏਂਗਾ।
ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੇਰੇ ਦਿਮਾਗ 'ਚ ਇਹ ਗੱਲ ਪਾਈ ਕਿ ਨਹੀਂ ਆ ਕਿ ਮੇਰਾ ਮੁੰਡਾ ਹਜੇ ਤੱਕ ਵਿਆਹ ਨਹੀਂ। ਤੁਹਾਡੇ ਮੁੰਡੇ ਨੇ ਆਪ ਦੱਸਿਆ ਮੈਨੂੰ। ਠੀਕ ਹੈ, ਹੁਣ ਮੁੰਡਾ ਹੀ ਕਲੀਅਰ ਕਰੂ ਸਭ ਕੁਝ। ਇੱਥੇ ਹੀ ਖੜੀ, ਹਿੱਲੀ ਨਾ। ਗੋਲਡੀ, ਹੁਣ ਸਾਰੇ ਥੋੜੀ ਹਿਲ ਜਾਣਗੇ। ਉਹ ਤੁਹਾਡੀ ਹੋ ਸਾਡੀ ਹਾਂਜੀ ਹਾਂਜੀ ਡੈਡੀ ਹਾਂਜੀ। ਹੁਣ ਆ ਕੀ ਨਵਾਂ ਸਿਆਪਾ ਪਾਇਆ? ਕੀ ਹੋਇਆ ਡੈਡੀ? ਪਹਿਲਾਂ ਇੱਕ ਨੂੰ ਤਾਂ ਸਾਂਭ ਲਾ, ਦੂਜੀ ਨੂੰ ਜੱਫਾ ਫੇਰ ਪਾ ਲਈ। ਦੂਜੀ ਨੂੰ ਮਤਲਬ? ਤੇਰਾ ਬਿੱਲੂ ਐਡਵੋਕੇਟ ਢਿੱਲੋਂ ਦਾ ਧੱਕੇ ਨਾਲ ਕੜਮ ਨੂੰ ਫਿਰਦਾ। ਡੈਡੀ ਤੁਸੀਂ ਕਿਹੜੇ ਪਾਗਲ ਦੀਆਂ ਗੱਲਾਂ ਚ ਆ ਗਏ? ਉਹ ਤਾਂ ਹਿੱਲਿਆ ਹੋਇਆ। ਹਿੱਲਿਆ ਹੋਇਆ ਕੀ ਮਤਲਬ? ਡੈਡੀ ਜਦੋਂ ਦਾ ਉਹਦਾ ਕੋਰਟ 'ਚ ਕੇਸ ਚੱਲਦਾ ਨਾ, ਉਹਦੀ ਧੀ ਦਾ ਰਿਸ਼ਤਾ ਨਹੀਂ ਕਿਤੇ ਹੁੰਦਾ। ਬਸ ਦਿਮਾਗੀ ਪਰੇਸ਼ਾਨੀ ਕਰਕੇ ਆਪਣੀ ਧੀ ਦਾ ਰਿਸ਼ਤਾ ਲੈ ਕੇ ਵਿਚਾਰਾ ਦਰ ਤੇ ਭਟਕਦਾ ਫਿਰਦਾ ਹੈ। ਹਰ ਵਾਰੀ ਵਿਚਾਰੇ ਨੂੰ ਭਟਕਣ ਨੂੰ ਸਾਡਾ ਹੀ ਡਰ ਲੱਭਦਾ। ਡੈਡੀ ਤੁਸੀਂ ਪਿਆਰ ਨਾਲ ਟੈਕਲ ਕਰੋ। ਜਦੋਂ ਉਹਦਾ ਗੁੱਸਾ ਭੱਜ ਜਾਂਦਾ ਨਾ, ਉਹਦੀ ਗੱਲ ਮੰਨ ਕੇ ਉਹਨੂੰ ਗੱਲ ਨਾਲ ਲਾ ਲਓ, ਉਹਦਾ ਗੁੱਸਾ ਠੰਡਾ ਹੋ ਜਾਂਦਾ। ਹੁਣ ਬੁੜਿਆਂ ਨੂੰ ਵੀ ਜਵਾਕਾਂ ਨੂੰ ਟੈਕਲ ਕਰਨਾ ਪਊ। ਸ਼ੁਕਰ ਕਰੋ ਕਈ ਵਾਰੀ ਬੁੜਿਆਂ ਦੇ ਤਾਂ ਡਾਈਪਰ ਵੀ ਬਦਲਨੇ ਪੈ ਜਾਂਦੇ ਆ। ਨਹੀਂ, ਮੈਂ ਔਖਾ ਸੌਖਾ ਗੱਲ ਨਾਲ ਹੀ ਲਾ ਲੂੰ। ਤੁਸੀਂ ਫੇਰ ਆ ਗਏ। ਤੁਸੀਂ ਆਪ ਹੀ ਤਾਂ ਕਿਹਾ ਸੀਗਾ ਵੀ ਢਿੱਲੋਂ ਢਿੱਲਾ, ਇਸ ਕਰਕੇ ਹਾਲ ਚਾਲ ਪੁੱਛਣ ਆ ਗਿਆ। ਉਹ ਜਿਹੜੇ ਬੰਦੇ ਨੂੰ ਦਵਾਈ ਦੇ ਕੇ ਡਾਕਟਰ ਨਹੀਂ ਉਹਦਾ ਦੁਬਾਰਾ ਹਾਲ ਪੁੱਛਦਾ ਵੀ ਜਿਉਂਦਾ ਕਿ ਮਰ ਗਿਆ, ਤੁਸੀਂ ਸਿੱਧਾ ਹਾਲ ਪੁੱਛਣ ਆ ਗਏ ਉਹਦਾ। ਅੱਛਾ, ਐਨੇ ਹਿੱਲੇ ਹੋਏ ਆ। ਫਿਰ ਤਾਂ ਕਿਸੇ ਨੂੰ ਨੁਕਸਾਨ ਵੀ ਪਹੁੰਚਾ ਸਕਦੇ। ਤੁਸੀਂ ਐ ਕਰੋ, ਇੱਕ ਵਾਰਨਿੰਗ ਲੈ ਕੇ ਬਾਹਰ ਲਮਕਾ ਦੋ ਵੀ ਇਸ ਘਰ ਦੇ ਵਿੱਚ ਇੱਕ ਦਿਮਾਗੀ ਮਰੀਜ਼ ਹੈ। ਉਹ ਮੈਂ ਤਾਂ ਸੋਚਦਾ ਸੀ ਗੋਲਡੀ ਦਾ ਪਾਪੂ ਹੀ ਹਿੱਲਿਆ ਹੋਇਆ, ਪਰ ਇੱਥੇ ਤਾਂ ਉਹਦਾ ਸਹੁਰਾ ਵੀ ਹਿੱਲਿਆ। ਉਹ ਕੋਈ ਇਹੋ ਜਿਹੀਆਂ ਗੱਲਾਂ ਵੀ ਬਾਹਰ ਲਮਕਾਉਂਦਾ ਹੁੰਦਾ ਲਿਖ ਕੇ। ਫਿਰ ਐ ਕਰੋ ਬਈ, ਇੱਕ ਫੱਟੀ ਹਿਲਦੀ ਹੋਈ ਲਮਕਾ ਦੋ ਜਿਹਦੇ ਤੇ ਢਿੱਲੋਂ ਲਿਖਿਆ ਹੋਵੇ। ਜਿਹਨੇ ਸਮਝਣਾ ਹੋਏ ਸਮਝ ਜੂ। ਜਿੰਨੀ ਤੁਸੀਂ ਉਹਨਾਂ ਨਾਲ ਬਹਿਸ ਕਰੀ ਜਾਓਗੇ ਨਾ, ਉਹਨਾਂ ਦਾ ਪਾਗਲਪਨ ਹੋਰ ਵੱਧਦਾ ਜਾਣਾ। ਇਹ ਤਾਂ ਕਈ ਵਾਰ ਕਿਸੇ ਨੂੰ ਦੰਦੀ ਵੀ ਵੱਢ ਲੈਂਦੇ ਹੁੰਦੇ ਆ। ਫੂਕ ਮਾਰੀ। ਇੱਧਰ ਗੱਲ ਮੈਂ ਕਰ ਰਿਹਾ। ਹੁਣ ਮੈਂ ਫੂਕ ਵੀ ਨਾ ਬਣਾ। ਫੂਕ ਉਹਨੇ ਕੱਢ ਦੇਣੀ ਤੁਹਾਡੀ। ਉਹਨੂੰ ਚੁੱਪ ਕਰਾਉਣ ਲਈ ਕੁਝ ਮਾਰਨਾ ਪੈਂਦਾ ਹੁੰਦਾ ਉਹਦੇ। ਮਾਰ ਤਾਂ ਮੈਂ ਕਦੋਂ ਦਾ ਦਿੰਦਾ ਜੇ ਮੈਂ ਆਪਣੀ ਧੀ ਨਾਲ ਵਿਆਹਣੀ ਹੁੰਦੀ ਐ ਇਸ ਘਰੇ। ਆ ਗਿਆ। ਉਹ ਕੋਈ ਚੀਜ਼ ਤਾਂ ਦੇ ਜੋ ਮਾਰਨ ਵਾਸਤੇ। ਕਈ ਵਾਰੀ ਮਾਰਨਾ ਪੈ ਸਕਦਾ ਫਿਰ ਹੈ। ਹਾਲੇ ਪੇਪਰ ਵੇਟ ਪਿਆ ਨਾ, ਇਹਦੇ ਨਾਲ ਕੰਮ ਚਲਾ ਨਹੀਂ ਲਿਓ। ਤਾਂ ਫੁੱਲ ਮਾਰੀ ਗਮਲੇ ਦੇ ਸਾਡੇ। ਲਓ ਬਿੱਲੂ ਜੀ, ਆ ਗਿਆ ਮੇਰਾ ਮੁੰਡਾ। ਜਿਹੜੀ ਗੱਲ ਕਰਨੀ ਆ ਬੈਠ ਕੇ ਕਲੀਅਰ ਕਰ ਲਓ। ਮੈਨੂੰ ਤਾਂ ਸਭ ਕੁਝ ਕਲੀਅਰ ਹੈ ਢਿੱਲੋਂ ਸਾਹਿਬ, ਤੁਸੀਂ ਆਪ ਪੁੱਛ ਲਓ ਇਹਨੂੰ। ਡੈਡੀ ਛੱਡੋ ਨਾ, ਕਿਉਂ ਬਾਰ-ਬਾਰ ਉਹੀ ਗੱਲ ਰਿਪੀਟ ਕਰੀ ਜਾਂਦੇ ਹੋ ਤੁਸੀਂ? ਬੇਟੇ ਫਿਰ ਇਹਨਾਂ ਨੂੰ ਪਿਆਰ ਨਾਲ ਸਮਝਾਓ ਨਾ ਕਿ ਤੇਰਾ ਵਿਆਹ ਹੋ ਗਿਆ, ਤੂੰ ਨਹੀਂ ਹੋ ਕੁਆਰਾ। ਢਿੱਲੋਂ ਸਾਹਿਬ ਤੁਸੀਂ ਕੀ ਲੈਣਾ ਵਿਆਹੇ ਕੁਆਰੇ ਤੋਂ? ਤੁਸੀਂ ਅੰਦਰ ਜਾ ਕੇ ਖੇਸੀ ਲੈ ਕੇ ਰੈਸਟ ਕਰੋ। ਮੈਨੂੰ ਤਾਂ ਰੈਸਟ ਦੀ ਲੋੜ ਨਹੀਂ, ਅਲਬੱਤਾ ਤੁਹਾਨੂੰ ਜ਼ਰੂਰ ਲੱਗਦੀ ਆ। ਅੰਦਰ ਬਹਿ ਕੇ ਇਕੱਠੇ ਨਾ ਕਰ ਲਈਏ। ਮੈਂ ਤਾਂ ਬਿਲਕੁਲ ਸੈੱਟ ਹੈ। ਕਿੰਨਾ ਕੁ ਸੈੱਟ ਆ ਇਹ ਤਾਂ ਮੈਨੂੰ ਪਤਾ। ਬਿੱਲੂ ਜੀ, ਦਰ ਧੱਕੇ ਖਾਣ ਨਾਲ ਕੁਝ ਨਹੀਂ ਹੋਣਾ। ਜੇ ਚਾਹੁੰਦੇ ਹੋ ਨਾ ਤੁਹਾਡੀ ਕੁੜੀ ਦਾ ਕਿਤੇ ਵਿਆਹ ਹੋ ਜਾਵੇ, ਆ ਕਰਤੂਤਾ ਬੰਦ ਕਰ ਦਿਓ, ਨਹੀਂ ਕਿਤੇ ਵੀ ਨਹੀਂ ਹੋਣਾ। ਕਿਤੇ ਕਿਉਂ? ਕੁੜੀ ਇੱਥੇ ਵਿਆਹਾਂਗੇ ਬਾਜੇ ਗਾਜੇ ਨਾਲ। ਤੁਸੀਂ ਪਹਿਲਾਂ ਚੰਗੀ ਤਰ੍ਹਾਂ ਠੀਕ ਤਾਂ ਹੋ ਲੋ। ਉਹ ਗੋਲਡੀ, ਜੇ ਤੂੰ ਚਾਹੁੰਦਾ ਤੇਰਾ ਪਿਓ ਸੱਚੀ ਮੁੱਚੀ ਨਾ ਹਿੱਲੇ, ਇਹਨੂੰ ਕਹਿ ਇੱਥੇ ਨਾ ਆ ਕਰ। ਨਹੀਂ ਮੈਥੋਂ ਬੁਰਾ ਕੋਈ ਨਹੀਂ। ਕਿਉਂ? ਤੁਸੀਂ ਰੋਜ਼ ਬੰਦਾ ਮਾਰ ਕੇ ਸੌਂਦੇ ਹੋ? ਗੋਲਡੀ, ਮੇਰੇ ਕੋਲ ਇਹਨਾਂ ਸਟੈਮਨਾ ਹੈ ਨਹੀਂ ਇੰਨੀ ਮਗਜ ਖਪਾਈ ਕਰਨ ਨੂੰ। ਇਹੋ ਜਿਹੇ ਪਾਗਲ ਨੂੰ ਬਾਹਰੋਂ ਬਾਹਰ ਅਟੈਂਡ ਕਰ ਲਿਆ ਕਰੋ। ਮੈਂ ਇਹਦੇ ਮੂੰਹ ਨੂੰ ਚੁੱਪ ਹੈ, ਨਹੀਂ ਮੈਂ ਤੈਨੂੰ ਦੱਸ ਦਿੰਦਾ ਕਿ ਪਾਗਲ ਕੌਣ ਉਹ ਹੈ। ਚੁੱਪ ਕਰਨ ਨੂੰ ਕਰਨਾ, ਅੱਜ ਬੋਲ ਹੀ ਪੈ। ਉਹ ਛੱਡੋ ਅੰਕਲ ਜੀ, ਆਪਾਂ ਲੜਨਾ ਥੋੜੀ ਹੈ ਜੀ। ਨਾ ਨਾ, ਲੜ ਕੌਣ ਰਿਹਾ ਹੈ? ਫਿਰ ਵੀ ਇਹ ਮੇਰਾ ਹੋਣ ਵਾਲਾ ਕੁੜਮ ਹੈ। ਓਏ ਸੋ ਕਾਲਡ ਕੁੜਮਾ, ਅਸਲ ਗੱਲ ਤਾਂ ਇਹ ਆ, ਜਿੱਦਣ ਦਾ ਤੂੰ ਜੇਲ੍ਹ ਚੋਂ ਮੁੜਿਆ ਤੇਰੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ। ਇਸ ਕਰਕੇ ਤੂੰ ਹਿੱਲਿਆ ਹੋਇਆ। ਆਪਣਾ ਇਲਾਜ ਕਰਾ ਬੰਸਲਾ। ਕੀ ਭੌਂਕਿਆ ਤੂੰ? ਦੱਸਾਂ? ਅੰਕਲ ਪੱਥਰ ਹੱਥ ਫੜ ਤੇ ਲਿਆ, ਮਾਰਨਾ ਨਹੀਂ ਹੈਗਾ। ਮੈਂ ਕਿਹਾ ਯਾਰ ਮਾਰਨਾ ਨਹੀਂ ਹੈਗਾ। ਮੈਂ ਸਮਝ ਗਿਆ ਸੀ। ਡੈਡੀ, ਮਾਹੌਲ ਵਿਗੜ ਗਿਆ, ਭੱਜ ਲੋ। ਯਾਰ ਭੱਜਣ ਵਾਲੀ ਕੀ ਗੱਲ ਆ? ਅਸੀਂ ਮਰ ਗਏ ਆ। ਅੰਕਲ ਤੁਹਾਨੂੰ ਕਿਹਾ ਸੀ ਪੱਥਰ ਨਹੀਂ ਮਾਰਨਾ। ਹੁਣ ਕਿਤੇ ਆ ਸਾਡੇ ਪਿੱਛੇ ਪਿਆ ਗਮਲਾ ਨਾ ਚੱਕ ਕੇ ਮਾਰਿਓ। ਹਾਂਜੀ ਹਾਂਜੀ ਅੰਕਲ, ਆ ਗਮਲਾ ਨਹੀਂ ਮਾਰਨਾ। ਇੱਕਦਮ ਨਹੀਂ ਮਾਰਨਾ। ਅੰਕਲ ਜੀ ਥੋਤੋਂ ਗਮਲਾ ਵੀ ਨਹੀਂ ਵੱਜਿਆ ਹੈਗਾ। ਸ਼ੁਕਰ ਹੈ। ਹੁਣ ਆਪਾਂ ਬੈਟ ਨਹੀਂ ਚੱਕਣ ਦੇਣਾ। ਕਿਹੜਾ? ਹੋ ਜਿਹੜਾ ਪਿੱਛੇ ਪਿਆ। ਆਵਲਾ ਬੈਟ ਮੈਂ ਤੁਹਾਨੂੰ ਨਹੀਂ ਦੇਣਾ। ਹਾਂ, ਨਹੀਂ ਦੇਣਾ। ਮਾਰ ਬਸ ਤੁਸੀਂ ਮਾਰਨਾ ਨਹੀਂ, ਚਲੋ। ਮਾਰਨਾ ਨਹੀਂ। ਬਸ ਪਹਿਲੀਆਂ ਸੱਟਾਂ ਠੀਕ ਹੋ ਲੈਣ ਦਿਓ, ਫਿਰ ਆ ਜਿਓ। ਢਿੱਲੋਂ ਸਾਹਿਬ, ਇਸ ਇਲਾਜ ਲਈ ਮੈਂ ਸੌਰੀ ਮੰਗਦਾ, ਪਰ ਕਰੀਏ ਕੀ? ਡਾਕਟਰਾਂ ਨੇ ਇਹੀ ਇਲਾਜ ਦੱਸਿਆ ਹੈ। ਹੁਣ ਅੱਗੇ ਨਾਲੋਂ ਤਾਂ ਫਰਕ ਹੈ ਨਾ। ਤੁਸੀਂ ਕਹਿ ਦੋ ਵੀ ਗੋਲਡੀ ਨੇ ਰੇਪ ਕੀਤਾ ਹੈ। ਯਾਰ ਚੰਗੇ ਲੱਗਾਂਗੇ। ਫਿਰ ਕਹਿ ਦੋ ਗੋਲਡੀ ਦਾ ਰੇਪ ਹੋਇਆ ਹੈ। ਰੱਬ ਦਾ ਵਾਸਤਾ ਤੂੰ ਟਾਈਮ ਤੇ ਕਿਰਾਇਆ ਹੀ ਦੇ ਦਿਆ ਕਰ, ਸਲਾਹ ਨਾ ਦਿਆ ਕਰ। ਅੱਜ ਅਸਤੇ ਹਨੀ ਦੀ ਸੰਗਤ ਚ ਆ ਕੇ ਗਲਤੀ ਕਰ ਬੈਠੇ ਬਾਬਾ ਜੀ। ਬਚਾ ਲਿਓ ਬਾਬਾ ਜੀ, ਅੱਗੇ ਤੋਂ ਨਹੀਂ ਕਰਦਾ ਇਹ ਜੇ ਕੰਮ। ਯਾਰ ਟੈਨਸ਼ਨ ਕਿਉਂ ਲੈਣਾ, ਕਰ ਦਿਆ ਕੁਝ। ਗੋਲਡੀ, ਇੱਕ ਤਰੀਕਾ ਹੈਗਾ ਜਿਹਦੇ ਨਾਲ ਬਚਿਆ ਜਾ ਸਕਦਾ, ਬਹੁਤ ਹੀ ਵਧੀਆ।
ਕੀ ਤਰੀਕਾ ਹੈ? ਦੱਸੋ। ਤੈਨੂੰ ਅੱਡ ਹੋ ਕੇ ਦੱਸਾਂ? ਤੁਸੀਂ ਇਹਨਾਂ ਨਾਲੋਂ ਸਿਆਣੇ ਲੱਗਦੇ ਹੋ। ਗੁਰੂ ਘਰ ਆ ਕੇ ਸੰਗਤ ਜੀ ਦੁਨਿਆਵੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਗਲਤੀ ਹੋ ਗਈ। ਕਰਾ ਲਈ ਨਾ ਗੁਰੂ ਘਰ ਚ ਵੀ ਬੇਇੱਜ਼ਤੀ। ਦੁਨੀਆ 'ਚ ਇੱਕੋ ਥਾਂ ਬਚੀ ਸੀ ਜਿੱਥੇ ਮੇਰੀ ਕਦੀ ਬੇਇੱਜ਼ਤੀ ਨਹੀਂ ਸੀ ਹੋਈ। ਗੁਰੂ ਘਰ 'ਚ ਵੀ ਕਰਾਤੀ ਜਾਓ। ਤੁਸੀਂ ਦੋਵੇਂ ਮੇਰੇ ਮਗਰੋਂ ਕਿਉਂ ਨਹੀਂ ਲੈਂਦੇ ਯਾਰ? ਉਹ ਯਾਰ ਦੱਸ ਤਾਂ ਸੀ ਆਪਾਂ ਕਿਵੇਂ ਬਚ ਸਕਦੇ ਹਾਂ। ਯਾਰ ਮੈਂ ਕਹਿ ਰਿਹਾ ਮਾਂ, ਜੇ ਬਿੱਲੂ ਬਾਂਸਲ ਦੀ ਕੁੜੀ ਦੇ ਨਾਲ ਮੇਰਾ ਵਿਆਹ ਹੋ ਜਾਵੇ। ਕੀ ਕਹਿ ਰਿਹਾ ਤੂੰ? ਉਹ ਯਾਰ ਸਿਰਫ ਤੇਰੇ ਡੈਡੀ ਦੀ ਨਿਗਾਹ 'ਚ ਕਹਿ ਰਿਹਾ ਮਾਂ। ਹਾਂ ਉਹ ਤਾਂ ਠੀਕ ਹੈ ਯਾਰ, ਜੇ ਫਿਰ ਵੀ ਫਸ ਗਏ ਤਾਂ ਯਾਰ ਜੇ ਫਸ ਗਏ ਤਾਂ ਬਾਬਾ ਜੀ ਕੋਲੇ ਆ ਕੇ ਕਹਿ ਦਾਂਗੇ ਬਾਬਾ ਜੀ ਬਚਾ ਲਓ। ਫਿਰ ਹੁਣੀ ਕਹਿ ਚੱਲੋ। ਹਾਂ ਬਾਬਾ ਜੀ, ਜੇ ਗਲਤੀ ਹੋ ਗਈ ਸਾਤੋਂ ਬਚਾ ਲਿਓ ਤੁਸੀਂ ਆਪਣੇ ਆਪ ਹੀ, ਠੀਕ ਹੈ? ਕਾਦੀ ਮਠਿਆਈ ਆ ਬਈ? ਖੋਏ ਦੀ। ਖੁਸ਼ੀ। ਉਹ ਖੁਸ਼ੀ ਰਾਮ ਦੇ ਮੈਂ ਜਾ ਨਹੀਂ ਸਕਿਆ, ਫਿਰ ਲੋਕਲ ਜਿਹੇ ਹਲਵਾਈ ਤੋਂ ਹੀ ਲੈ ਆਇਆ। ਉਹ ਸਾਲਿਆ ਮੈਂ ਇਹ ਪੁੱਛਿਆ ਖੁਸ਼ੀ ਕਿਸ ਗੱਲ ਦੀ ਆ? ਉਹ ਅੱਛਾ, ਉਹ ਆਪਣੇ ਬਿੱਲੂ ਬੰਸਲ ਜੀ ਨਹੀਂ ਹੈਗੇ, ਉਹਨਾਂ ਦੀ ਧੀ ਨਾਲ ਆਪਣੀ ਜੱਸ ਦਾ ਰਿਸ਼ਤਾ ਪੱਕਾ ਹੋ ਗਿਆ। ਉਹ ਸ਼ੁਕਰ ਆ ਮੇਰੇ ਦਾਤਾ, ਮੇਰੇ ਮੁੰਡੇ ਦਾ ਖਹਿੜਾ ਤਾਂ ਛੁੱਟਿਆ। ਇਹੋ ਜਿਹਾ ਘਟੀਆ ਇਨਸਾਨ ਅਖੀਰ ਨੂੰ ਮੁੰਡਾ ਵੀ ਸਾਲਾ ਇਸੇ ਘਰ ਚੋਂ ਲੈ ਕੇ ਨਿਕਲਿਆ। ਬਿੱਲੂ ਨੇ ਤਾਂ ਉਸ ਗਾਹਕ ਵਾਲੀ ਕੀਤੀ ਕਿਹੜਾ ਹਲਵਾਈ ਦੀ ਦੁਕਾਨ ਤੇ ਬੜਿਆ ਤਾਂ ਕਾਜੂ ਦੀ ਬਰਫੀ ਲੈਣ ਸੀ ਤੇ ਅਖੀਰ ਨੂੰ ਨਿਕਲਿਆ ਖਰੀਦ ਕੇ ਪੇਠਾ। ਉਹ ਛੱਡੋ ਡੈਡੀ, ਆਪਾਂ ਕੀ ਲੈਣਾ? ਅਗਲਾ ਚਾਹੀਦੀ ਪੇਠਾ ਲੈ ਕੇ ਨਿਕਲੇ ਭਾਵੇਂ ਮਖਾਣੇ। ਖੈਰ ਅੱਜ ਮੈਂ ਖੁਸ਼ ਬਹੁਤ ਹਾਂ ਯਾਰ। ਡੈਡੀ ਇੱਕ ਰਿਕਵੈਸਟ ਸੀਗੀ। ਤੁਹਾਨੂੰ ਪਤਾ ਹੈ ਜਸ ਦੇ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ। ਜੇ ਵਿਆਹ ਦੇ ਵਿੱਚ ਉਹਦੇ ਡੈਡੀ ਬਣ ਕੇ ਸਾਰੇ ਫਰਜ਼ ਤੁਸੀਂ ਨਿਭਾ ਦਿਓ ਤਾਂ। ਜਿੱਜੂ ਦਾ ਤੇਰੇ ਡੱਡੀ ਬਣ ਕੇ ਪਛਤਾ ਰਿਹਾ ਹੈ। ਤੂੰ ਅੱਗੋਂ ਕਿਰਾਏਦਾਰਾਂ ਦਾ ਵੀ ਡੱਡੀ ਬਣਾਉਣ ਨੂੰ ਫਿਰਦਾ ਹੈ। ਉਹ ਮੇਰਾ ਬੇਲੀ ਹੈ। ਫਿਰ ਬੇਲੀ ਨੂੰ ਆਪਣੇ ਤੱਕ ਸੀਮਤ ਰੱਖਣਾ। ਜੀਜੂ ਨੂੰ ਉਹਦੀ ਮਾਂ ਦਾ ਬੇਲੀ ਬਣਾਉਣ ਤੇ ਕਿਉਂ ਤੁਲਿਆ ਹੋਇਆ ਹੈ? ਸਾਲਾ ਇਹੋ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ। ਕਸਮੈਲਾ ਚੰਡ ਮਾਰਾਂਗਾ। ਡੈਡੀ। ਸਾਲੇ ਤੈਨੂੰ ਤਾਂ ਇਸ ਗੱਲ ਦੀ ਅੱਗ ਲੱਗੀ ਹੋਈ ਆ ਕਿ ਇਸ ਉਮਰ ਵਿੱਚ ਦੂਜੀ ਵਾਰੀ ਪਿਓ ਕਿਵੇਂ ਬਣ ਹਾਂ। ਉਹ ਤੂੰ ਜੱਸ ਨੂੰ ਕਹਿ ਜੇ ਤੈਨੂੰ ਮਾਂ ਦੀ ਲੋੜ ਆ ਮੈਂ ਉਹਦਾ ਵੀ ਜੁਗਾੜ ਕਰ ਦੂੰ। ਮਰ ਜਾਗਾ, ਮਿਟ ਜਾਗਾ, ਬਰਬਾਦ ਹੋ ਜਾਗਾ, ਪਰ ਇਸ ਘਰ 'ਚ ਦੂਸਰੀ ਦਿੱਤੀ ਨਹੀਂ ਆਣ ਦਿਆਂਗਾ ਮੈਂ। ਇਹਨੂੰ ਕਰਨ ਦੇ ਬਕਵਾਸ ਯਾਰ, ਤੂੰ ਦੂਜੀ ਦਾ ਪ੍ਰਬੰਧ ਕਰ। ਠੀਕ ਹੈ, ਮੇਰਾ ਮਤਲਬ ਜੱਸ ਨੂੰ ਕਹਿ ਤੂੰ ਵਿਆਹ ਦਾ ਪ੍ਰਬੰਧ ਕਰ। ਹਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਦੀ ਦੀਦੀ ਨਾਲ ਤੁਸੀਂ ਵਿਆਹ ਕਰਾ ਕੇ ਮਿਲਿਆ। ਮਜ਼ਾਕਾ ਕਰਦਾ? 2 ਵਾਰੀ ਮਾਂ ਕਹਿਣ ਨਾਲ ਮੰਮਾ ਬਣਦਾ। ਸਾਲਿਆ 2 ਵਾਰੀ ਡੱਡਾ ਕਹਿਣ ਨਾਲ ਡੈਡੀ ਵੀ ਤਾਂ ਬਣਦਾ। ਜੀਜੂ ਬਿੱਲੂ ਜੀ ਪੁਰਾਣੀਆਂ ਗੱਲਾਂ ਭੁੱਲ ਜਾਓ। ਬੇਟੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ। ਢਿੱਲੋਂ ਸਾਹਿਬ ਤੁਹਾਨੂੰ ਵੀ ਤੁਹਾਡੇ ਮੁੰਡੇ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਕ ਮਿੰਟ, ਮੈਂ ਮੁੰਡੇ ਦਾ ਕੱਚਾ ਪੱਕਾ ਪਿਓ ਆ। ਮੈਂ ਤਾਂ ਸਿਰਫ ਇੱਥੇ ਪਿਓ ਦੇ ਫਰਜ਼ ਨਿਭਾਉਣਾ ਆ। ਚਲੋ ਫਿਰ ਫਰਜ਼ਾਂ ਤੇ ਹੀ ਆ ਜਾਂਦੇ ਆ। ਢਿੱਲੋਂ ਸਾਹਿਬ ਇਸ ਵਿਆਹ ਤੇ ਮੇਰਾ ਬਹੁਤ ਪੈਸਾ ਲੱਗਿਆ ਹੈ। ਤੁਹਾਡਾ ਮੁੰਡਾ ਕਹਿੰਦਾ ਸੀਗਾ ਇੱਕ ਵਾਰੀ ਵਿਆਹ ਤੇ ਦਿਲ ਖੋਲ ਕੇ ਖਰਚਾ ਕਰ ਦੋ, ਬਾਕੀ ਅੱਧੇ ਪੈਸੇ ਮੈਂ ਡੈਡੀ ਜੀ ਤੋਂ ਦਵਾ ਦੂੰਗਾ। ਮੈਂ ਇੱਥੇ ਫਰਜ਼ ਨਿਭਾਉਣਾ ਆ, ਕੋਈ ਕੱਪੜੇ ਲਾਹੌਣ ਨਹੀਂ ਆਇਆ। ਹਾਂ, ਇਹਨੇ ਤਾਂ ਮੈਂ ਕਿਰਾਏ ਦੇ ਨਹੀਂ ਸਾਲੇ ਪੈਸੇ ਉਹਦੇ ਕੋਲੋਂ ਇਕੱਠੇ ਕੀਤੇ ਹੁਣ ਤੱਕ, ਜਿੰਨੇ ਮੇਰੇ ਤੁਸੀਂ ਲਵਾਉਣ ਨੂੰ ਫਿਰਦੇ ਹੋ। ਠੰਡ ਰੱਖੋ ਢਿੱਲੋਂ ਸਾਹਿਬ, ਠੰਡ ਰੱਖੋ। ਇੱਕ ਧੀ ਦੇ ਮਜਬੂਰ ਬਾਪ ਦੀ ਬੇਨਤੀ ਹੈ, ਮੈਂ ਬਰਾਤੀਆਂ ਦੀ ਸੇਵਾ ਤਾਂ ਕਰ ਸਕਦਾ ਪਰ ਇੱਥੇ ਤੁਹਾਡੀ ਸੇਵਾ ਕਰਦਾ ਚੰਗਾ ਨਹੀਂ ਲੱਗਣਾ। ਲੋਕਾਂ ਨੇ ਕਹਿਣਾ ਦਹੇਜ ਮੰਗਦੇ ਹੋਣੇ ਤਾਂ ਕਟਾਪਾ ਚਾੜਿਆ ਇਹਨਾਂ ਦਾ। ਯਾਰ ਮੈਨੂੰ ਤਾਂ ਮਸਲਾ ਭੜਕਦਾ ਲੱਗਦਾ। ਉਹ ਕਰੇ ਤਾਂ ਫਿਰ ਵੀ ਠੀਕ ਸੀ, ਜੇ ਪਬਲਿਕਲੀ ਡੈਡੀ ਦੇ ਕੁੱਟ ਪੈ ਗਈ ਨਾ ਸਾਡੀ ਤਾਂ ਇੱਜ਼ਤ ਮਿੱਟੀ 'ਚ ਰੁਲ ਜਾਣੀ ਹੈ। ਤੁਹਾਡੀ ਇੱਜ਼ਤ ਮਿੱਟੀ 'ਚ ਰੁਲ ਗਈ ਤਾਂ ਮਿੱਟੀ ਦੀ ਕੀ ਇੱਜ਼ਤ ਰਹਿਣੀ ਆ? ਇਸ ਤੋਂ ਪਹਿਲਾਂ ਕਿ ਹੋਰ ਮਿੱਟੀ ਪੁੱਟੀ ਜਾਏ, ਗੱਲ ਤੇ ਮਿੱਟੀ ਪਾਓ ਤੇ ਗਾਉਣ ਵਜਾਉਣ ਸ਼ੁਰੂ ਕਰੋ। ਅੰਗਰੇਜ਼ੋ ਭਾਰਤ ਛੱਡੋ। ਓਏ ਅੰਦਰੋਂ ਬੋਲੋ ਉੱਚੀ, ਫੀਲ ਕਰਕੇ। ਯਾਰ ਡਰਾਮੇਬਾਜ਼ ਦੇ ਮਗਰ ਲੱਗ ਕੇ ਮੇਰੀ ਜ਼ਿੰਦਗੀ ਨਾਟਕ ਬਣਾ ਰੱਖੀ ਹੈ ਤੂੰ। ਟੈਨਸ਼ਨ ਕਿਉਂ ਲੈਣਾ? ਫੜਿਆ ਤਾਂ ਨਹੀਂ ਕਿਸੇ ਨੇ, ਬਾਜੀ ਗਿਆ ਨਾ। ਨਾ ਹੁਣ ਆਪਾਂ ਫੜੇ ਜਾਣ ਡਿਊਟੀ ਕਰੀਏ। ਓਏ ਅੰਗਰੇਜ਼ਾਂ ਦੀਆਂ ਵਰਦੀਆਂ ਪ੍ਰੈਸ ਕਰਾ ਲਓ, ਘੜੇ 'ਚੋਂ ਕੱਢੀਆਂ ਲੱਗਦੀਆਂ। ਕ੍ਰਾਂਤੀਕਾਰੀ ਬੇਟੇ, ਹਾਂਜੀ। ਉੱਠ ਕੇ ਰਿਹਰਸਲ ਕਰ ਲਓ। ਆਜ਼ਾਦੀ WhatsApp ਤੇ ਨਹੀਂ ਸੀ ਮਿਲੀ। ਚਲੋ। ਹਾਂਜੀ। ਹਾਂ ਬਈ, ਤੁਸੀਂ ਗਏ ਨਹੀਂ ਅਜੇ ਤੱਕ, ਇੱਥੇ ਬੈਠੇ। ਸਮਝ ਨਹੀਂ ਆ ਰਹੀ ਵੀ ਜਾਈਏ ਕਿੱਧਰ ਨੂੰ। ਤੂੰ ਘਰ ਛੱਡ ਕੇ ਜਾਣ ਵਾਲਾ ਬਣ, ਰਸਤਾ ਤੈਨੂੰ ਮੈਂ ਦੱਸ ਦੂੰ। ਉਹ ਜਦ ਤੱਕ ਮੀਤ ਕੈਨੇਡਾ ਜਾਣ ਨੂੰ ਨਹੀਂ ਮੰਨਦੀ, ਉਹਨੂੰ ਕਿਸੇ ਹੋਰ ਦੇ ਘਰ ਹੀ ਸ਼ਿਫਟ ਕਰ ਦਿਓ ਘੱਟੋ ਘੱਟ। ਇਹ ਨਹੀਂ ਹੋ ਸਕਦਾ ਵੀਰੇ, ਨੂੰ ਤੇ ਸਹੁਰੇ ਦੀ ਆਪਸ 'ਚ ਇੰਨੀ ਜ਼ਿਆਦਾ ਬਣਦੀ ਆ। ਉਹ ਕਹਿੰਦੀ ਐਸ ਉਮਰੇ ਡੈਡੀ ਜੀ ਨੂੰ ਛੱਡ ਕੇ ਜਾਵਾਂ ਕਿੱਥੇ। ਲਓ ਜੀ ਗੋਲਡੀ ਜੀ, ਨਾ ਨੂੰ ਸਹੁਰੇ ਦੀ ਆਪਸ 'ਚ ਇੰਨੀ ਬਣਦੀ ਹੁੰਦੀ ਤੇ ਨਾ ਤੁਸੀਂ ਅਜੇ ਨਾ ਫਸੇ ਹੁੰਦੇ। ਇੱਥੇ ਵੀ ਕਸੂਰ ਤੁਹਾਡੇ ਪਿਤਾ ਸ਼੍ਰੀ ਦਾ ਹੀ ਹੈ। ਆਹੋ, ਹੁਣ ਸਾਰੀਆਂ ਆਪਣੀਆਂ ਗਲਤੀਆਂ ਸਾਡੇ ਪਿਤਾ ਜੀ ਤੇ ਪਾ ਦਿਓ। ਅਸੀਂ ਚੰਗੇ ਪਿਓ ਪੁੱਤ ਤੁਹਾਡੇ ਦੋਵਾਂ ਦੇ ਹੱਥੀ ਚੜਿਆ ਯਾਰ। ਇੱਕ ਨੂੰ ਤੁਸੀਂ ਦੱਸ ਕੇ ਬੇਵਕੂਫ ਬਣਾ ਰਹੇ ਹੋ, ਇੱਕ ਨੂੰ ਬਿਨ ਦੱਸੇ। ਓਏ ਭਰਾ ਮੇਰੀ ਮੰਨ ਲਓ, ਤੁਸੀਂ ਨੂੰ ਸਹੁਰੇ ਦਾ ਆਪਸ 'ਚ ਵਿਗਾੜ ਪਾ ਕੇ ਤਾਂ ਵੇਖੋ। ਜੇ ਕਿਤੇ ਮੀਤ ਘਰ 'ਚ ਟਿਕ ਗਈ ਤੇ ਮੈਨੂੰ ਫੜ ਲਿਓ ਤੁਸੀਂ। ਆਹੋ, ਉਹ ਬੜੀਆਂ ਨੂੰ ਸੱਸਾਂ ਨੇ ਨਾ ਆਪਸ 'ਚ ਲੜ ਪੈਣਗੀਆਂ। ਉਹ ਯਾਰ ਜਿੰਨੇ ਆਪਾਂ ਫਸੇ ਹੋਏ ਆ ਨਾ, ਆਪਾਂ ਆਪਣੇ ਮਤਲਬ ਲਈ ਕਿਸੇ ਨੂੰ ਵੀ ਲੜਾ ਸਕਦੇ ਆ। ਮੀਤ ਨੂੰ ਚੱਕਣ ਦੀ ਗਾਰੰਟੀ ਮੇਰੀ। ਤੂੰ ਆਪਣੇ ਬਾਪੂ ਨੂੰ ਉਂਗਲ ਲਾ। ਕੀ ਮਤਲਬ ਤੇਰਾ? ਮਤਲਬ ਡੈਡੀ ਜੀ ਨੂੰ ਚੱਕੋ। ਹੁਣ ਤੁਹਾਡੇ ਦੋਵਾਂ ਦੇ ਮਗਰ ਲੱਗ ਕੇ ਚੱਕੀ ਤਾਂ ਖੜਾ, ਕਿਤੇ ਹੁਣ ਇੰਨਾ ਨਾ ਚੱਕ ਲਿਆ ਅਗਲਾ ਮੰਮੀ ਕੋਲੇ ਜਾ ਵੜੇ। ਓਏ ਵੇਲੜੋ, ਜਾਂ ਤਾਂ ਜਾ ਕੇ ਕਿਤੇ ਕੰਮ ਲੱਗੋ ਤੇ ਜਾਂ ਫਿਰ ਸਟੇਜ ਤੇ ਆਓ ਮੇਰੇ ਨਾਲ। ਮੇਰੇ 2 ਅੰਗਰੇਜ਼ ਘੱਟਦੇ ਨੇ। ਸਵਾਲ ਹੀ ਨਹੀਂ ਪੈਦਾ ਹੁੰਦਾ
ਮੀਤ ਨਹੀਂ ਇਹ ਗੱਲ ਕਹਿ ਸਕਦੀ। ਨਾ ਮੈਂ ਝੂਠ ਬੋਲਦਾ, ਅਗਲੀ ਨੇ ਸਾਫ਼-ਸਾਫ਼ ਕਹਿਤਾ ਵੀ ਸਾਰਾ ਕੁਝ ਵੇਚ ਵੱਟ ਕੇ ਮੇਰੇ ਨਾਲ ਕੈਨੇਡਾ ਚੱਲ। ਤੇ ਮੈਂ ਬਿਰਧ ਆਸ਼ਰਮ ਜਾਊਂ। ਦਾੜੀ ਡਾਈ ਕਰ ਦਿਓ, ਉਹਨਾਂ ਨੇ ਵੀ ਨਹੀਂ ਰੱਖਣਾ। ਸੋਚੋ ਕਿੱਥੇ ਰਹੋਗੇ। ਇਹ ਸਵਾਲ ਮੈਨੂੰ ਨਹੀਂ, ਆਪਣੀ ਜਨਾਨੀ ਨੂੰ ਪੁੱਛ ਜਿਹੜੀ ਨਿੱਤ ਤੈਨੂੰ ਇਹੀਆਂ ਪੁੱਠੀਆਂ ਮੱਤਾਂ ਦਿੰਦੀ ਆ। ਤੁਸੀਂ ਉਹ ਚ ਮਲਾਈ ਐ ਆਕੇ ਮੀਤ ਪੁੱਤ ਮੀਤ ਬੇਟਾ। ਅਗਲੀ ਨੇ ਸਿੱਧਾ ਕਹਿਤਾ ਵੀ ਆਪਾਂ ਤਾਂ ਕੈਨੇਡਾ ਚੱਲੇ ਜਾਣਾ। ਬਾਅਦ ਚ ਇਹਨਾਂ ਨੇ ਐਡੀ ਕੋਠੀ ਦਾ ਕਰਨਾ ਕੀ ਹੈ? ਹੋਰ ਸਾਲ ਬਾਅਦ ਇਹ ਬੁੜੇ ਤੋਂ ਪੂਰੀ ਕੋਠੀ ਦਾ ਗੇੜਾ ਵੀ ਨਹੀਂ ਦਿੱਤਾ ਜਾਣਾ। ਕਿਉਂ? ਸਾਲ ਬਾਅਦ ਮੈਨੂੰ ਗਠੀਆ ਆਉਣਾ। ਗਠੀਆ ਤਾਂ ਕੁਝ ਵੀ ਨਹੀਂ, ਉਹ ਤਾਂ ਇਦੋਂ ਵੀ ਭੈੜੀ ਬਿਮਾਰੀ ਸੋਚੀ ਫਿਰਦੀ ਐ। ਕਿਉਂ ਕਿਸੇ ਦੀਆਂ ਬਦਦੁਆਵਾਂ ਲੈਂਦੇ ਹੋ? ਨਾਲੇ ਸੋਹਣੀ ਜਨਾਨੀ ਦਾ ਤਾਂ ਰੱਬ ਇਸ਼ਾਰਾ ਹੀ ਸਮਝ ਜਾਂਦਾ। ਜੇ ਕਹੋ ਤਾਂ ਬੁਲਾਵਾਂ ਪ੍ਰਾਪਰਟੀ ਡੀਲਰ। ਵੇਖ ਲਾ ਪਾਰਵਤੀ ਕੌਰ, ਤੇਰੇ ਜਾਣ ਤੋਂ ਬਾਅਦ ਮੈਂ ਇਸ ਘਰ ਦਾ ਕਬਾੜ ਤੱਕ ਵੀ ਨਹੀਂ ਵੇਚਿਆ ਵੀ ਉਹਦੇ ਨਾਲ ਵੀ ਤੇਰੀਆਂ ਯਾਦਾਂ ਜੁੜੀਆਂ ਹੋਈਆਂ ਨੇ। ਤੇ ਤੇਰੀ ਗੰਦੀ ਲਾਦ ਆਪਣੀ ਜਨਾਨੀ ਮਗਰ ਲੱਗ ਕੇ ਕੋਠੀ ਵੇਚਣ ਨੂੰ ਤਿਆਰ ਹੋਇਆ ਫਿਰਦਾ। ਆਈਐਸਡੀ ਬਾਅਦ ਚ ਕਰ ਲਿਓ, ਪਹਿਲਾਂ ਲੋਕਲ ਕਾਲ ਤਾਂ ਨਿਬੇੜ ਲਓ। ਦੱਸੋ ਕੀ ਕਹਾ ਉਹਨੂੰ ਮੈਂ? ਕਹਦੇ ਉਹਨੂੰ ਕਿ ਜਿਹੜੇ ਕੋਠੀ ਵੇਚਣ ਦੇ ਸੁਪਨੇ ਲਈ ਫਿਰਦੀ ਆ ਨਾ, ਭੁੱਲ ਜਵੇ। ਆਲਰੇਡੀ ਕਹਿ ਚੁੱਕਿਆ। ਉਹ ਕਹਿੰਦੀ ਬੁੜੇ ਨੂੰ ਹੁਣ ਮੈਂ ਦੱਸਦੀ ਆ ਪਤਾ। ਹੁਣ ਕਹੇ ਮੈਨੂੰ ਕੋਈ ਕੰਮ। ਐਡੀ ਮਾੜੀ ਤਾਂ ਨਹੀਂ ਮੀਤ ਵੀ ਕੰਮ ਨੂੰ ਇਹ ਜਵਾਬ ਦੇ ਦੂ। ਡੈਡੀ ਜਰਾ ਚਾਹ ਮੰਗਾਓ ਤਾਂ। ਮੀਤ ਬੇਟੇ। ਕੀ ਹੋਇਆ ਢਿੱਲੋਂ ਸਾਹਿਬ? ਆ ਨੌ ਬੜੀ ਝਾਕੜ ਕੇ ਗਈ ਹੈ ਜੀ। ਉਹ ਤੂੰ ਬੜੇਵੇਂ ਲੈਣੇ ਆ? ਸਾਡੇ ਘਰ ਦਾ ਮਾਮਲਾ ਸੀ ਆਪੇ ਨਿਗੱਠ ਲਾਂਗੇ। ਮੈਂ ਤਾਂ ਹਮਦਰਦੀ ਦਿਖਾ ਰਿਹਾ ਜੀ। ਜਲੀਲ ਤਾਂ ਮੇਰੇ ਅੱਗੇ ਹੋਇਓ ਨਾ। ਬਣਦਾ ਤਾਂ ਫਿਰ ਮੇਰਾ ਵੀ ਹੈ, ਮੇਰੇ ਸਾਹਮਣੇ ਵੀ ਤਾਂ ਹੋਏ ਨੇ। ਓਏ ਸ਼ਟ ਅਪ। ਤੂੰ ਐਂ ਦੱਸ ਮੇਰੇ ਹਾਲ ਦਾ ਕਿ ਜਨਾਨੀ ਹਾਲ ਦਾ? ਤੁਹਾਡੇ ਨਾਲ ਤਾਂ ਸਾਰੀ ਉਮਰ ਕੱਟੀ ਹੈ, ਹੁਣ ਉਹਦੇ ਨਾਲ ਵੀ ਰਹਿ ਲੈਣ ਦਿਓ। ਤੁਸੀਂ ਘਰੋਂ ਬੇਘਰ ਤਾਂ ਹੋਣਾ ਹੀ ਹੈ, ਘੱਟੋ ਘੱਟ ਦਾਦੇ ਹੋਣ ਦਾ ਸੁੱਖ ਤਾਂ ਭੋਗ ਲਓ। ਉਹ ਤੂੰ ਤਾਂ ਇਹਦੇ ਨਾਲ ਰਹਿ ਪਏਗਾ, ਮੈਂ ਇਸ ਉਮਰੇ ਕਿੱਧਰ ਰਹੂੰ? ਕੋਰਟ 'ਚ ਕੇਸ ਲੜ ਕੇ ਉੱਥੇ ਹੀ ਸੌਂ ਜਾ ਕਰੋ। ਕਿਹੜੀ ਤੇਰੀ ਮਾਂ ਨੇ ਕੋਰਟ 'ਚ ਬਿਸਤਰਾ ਲਾਇਆ ਸੌਣ ਨੂੰ? ਭੁੱਲ ਜਾ, ਮੈਂ ਪ੍ਰਾਪਰਟੀ ਵਿਕਣ ਦੇ ਦੂੰ। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਜੇ ਅਗਲੀ ਆਪਣੀ ਆਈ ਤੇ ਆ ਗਈ ਨਾ, ਆ ਕਾਲੇ ਕੋਟ ਕੱਛੇ ਜੇ ਸਭ ਲਹਾ ਦੇਣੇ ਆ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਤੇਰੀ ਮਾਂ ਗੋਲਡੀ ਕੋਲ ਜਾਣਾ ਵਾ। ਗੋਲਡੀ ਤੂੰ ਲੁੱਟਿਆ ਗਿਆ। ਉਹ ਮਾਮਾ ਕਿਉਂ ਰੌਲਾ ਪਾਇਆ? ਮੇਰੇ ਕੋਲੇ ਹੈ ਕੀ ਲਟਾਉਣ ਨੂੰ? ਸੀਗਾ ਤੇ ਬਹੁਤ ਕੁਝ, ਪਰ ਉਹ ਨਹੀਂ ਰਿਹਾ। ਚੱਲ ਵਖਾਵਾ। ਉਹ ਮਾਮਾ ਗੱਲ ਦੱਸ। ਆ ਦੇਖ ਲੁੱਟਿਆ ਗਿਆ। ਉਹ ਦੱਸ ਸੀ ਕੀ ਹੋਇਆ? ਮੈਨੂੰ ਕੀ ਦੇਖ ਰਿਹਾ? ਉੱਧਰ ਦੇਖ ਪਾਗਲਾ, ਤੇਰੀ ਜਨਾਨੀ ਕੀ ਗੁਲ ਖਿਲਾ ਰਹੀ। ਖਿਲਾ ਰਹੀ ਹੈ? ਕੁਝ ਵੀ ਤਾਂ ਨਹੀਂ ਹੋ ਰਿਹਾ। ਐ ਕੁਝ ਵੀ ਨਹੀਂ ਹੋ ਰਿਹਾ। ਉਹ ਯਾਰ ਆਈ ਲਵ ਯੂ ਕਿਹਾ ਹੈ? ਆਈ ਲਵ ਯੂ ਤਾਂ ਕੋਈ ਵੀ ਕਹਿ ਸਕਦਾ ਹੈ। ਜੱਫੀ ਤਾਂ ਨਹੀਂ ਪਾਈ? ਲੈ, ਜੱਫੀ ਵੀ ਪਾ ਲੈਤੀ ਹੁਣ। ਪਿਓਰ ਭਰਜਾਈ ਦਾ ਪਿਆਰ ਹੈ। ਤੂੰ ਪੁਰਾਣੇ ਜ਼ਮਾਨੇ ਦਾ। ਉਹ ਪੁਰਾਣਾ ਮੈਂ ਨਹੀਂ ਪਾਗਲਾ, ਪੁਰਾਣਾ ਤੇ ਤੂੰ ਹੋ ਗਿਆ। ਤਾਂ ਹੀ ਤਗਲੀ ਨਵੀਂ ਕੋਲ ਜਾ ਰਹੀ ਓਏ ਹੈ। ਉਹਦਾ ਦਿਲ ਸਾਫ਼ ਹੈ। ਜੇ ਉਹਦੇ ਦਿਲ 'ਚ ਮੈਲ ਹੁੰਦੀ ਤਾਂ ਪਰਦੇ ਬੰਦ ਕਰਕੇ ਸਭ ਕੁਝ ਕਰ। ਮਾਮਾ ਤੂੰ ਕਿਉਂ ਦੇਖ ਰਿਹਾ? ਮੇਰੇ ਯਾਰ ਦੀਆਂ ਅੱਖਾਂ ਨਾਲੋਂ ਤਾਂ ਤੇਰੀਆਂ ਅੱਖਾਂ 'ਚ ਵੱਧ ਮੈਲ ਲੱਗਦੀ ਮੈਨੂੰ। ਤੂੰ ਪਾਗਲ ਹੋ ਗਿਆ ਪਾਗਲਾ। ਤੂੰ ਲੁੱਟਿਆ ਗਿਆ। ਮੈਂ ਕਿੱਦਾਂ ਲੁੱਟਿਆ ਗਿਆ? ਮੇਰੀ ਜਨਾਨੀ ਲੁੱਟੀ ਗਈ ਹੈ। ਫਿਰ ਵੀ ਤੂੰ ਕਿਉਂ ਲੁੱਟਿਆ ਗਿਆ ਪਾਗਲਾ ਨਾ? ਮਾਮਾ ਤੂੰ ਕਿੱਥੇ ਨਹੀਂ ਜਾਣਾ? ਤੂੰ ਕਹਿਣਾ ਕੀ ਚਾਹੁੰਦਾ? ਵੀ ਯਾਰ ਮਾਰਾ ਹੋ ਫਿਰ ਕਿੱਡੀ ਗੱਲ ਹੈ? ਹੋ ਸਕਦਾ ਮੇਰੀ ਜਨਾਨੀ ਦਾ ਬਾਹਰ ਚੱਕਰ ਚਲਾਉਣ ਨੂੰ ਜੀ ਕਰਦਾ ਹੋਵੇ। ਸਗਾ ਦੇ ਘਰ ਦੀ ਗੱਲ ਘਰ 'ਚ ਰਹਿ ਗਈ। ਆਪਾਂ ਨੂੰ ਜੱਸ ਦਾ ਆਸਾਨ ਮੰਦ ਹੋਣਾ ਚਾਹੀਦਾ ਹੈ। ਬਸ ਜੱਸ ਮੇਰੀ ਜਨਾਨੀ ਤੋਂ ਵਿਹਲਾ ਹੋ ਜੇ, ਮੈਂ ਤਾਂ ਉਹਦੇ ਪੈਰ ਤੋਂ ਪੀਊਂਗਾ। ਛੱਡ ਮਾਰਾਂਗੇ। ਅੱਜ ਜੇ ਦਿੱਤੀ ਚੀਜ਼ ਆਉਂਦੇ ਆ ਜੋਨਾ ਫੇਰ ਮਰ ਜਾਣਾ ਸੀ। ਮਾਮਾ ਜੱਸ ਕੀ ਹੋ ਗਿਆ? ਉਹ ਜੇ ਤੇਰੀ ਆਪਣੀ ਹੈ ਤਾਂ ਪਰਦੇ ਖੋਲ ਕੇ ਉਹਦੀ ਸ਼ਰਮ ਨਮੈਸ਼ ਲਵਾਉਣੀ ਹੈ। ਹੋਇਆ ਕੀ ਹੈ? ਮਾਮੇ ਨੇ ਤੈਨੂੰ ਮੀਤ ਦੇ ਨਾਲ ਲੁੱਡੀਆਂ ਪਾਉਂਦੇ ਨੂੰ ਦੇਖ ਲਿਆ। ਉਹਦੇ ਜਾਨ ਬਚਾਉਣੇ ਤਾਂ ਭੱਜ ਲੈ ਤੂੰ। ਜੀਜੂ ਹੁਣ ਕੀ ਹੋ ਗਿਆ? ਤੁਹਾਡੀ ਨੂਰਾਨੀ ਨੇ ਮੂੰਹ ਕਾਲਾ ਕਰ ਲਿੱਤਾ। ਆਪਣੇ ਕਿਰਾਏਦਾਰ ਨਾਲ ਜੱਫੀਆਂ ਪਾ ਰਹੀ ਹੈ। ਤੂੰ ਸਾਲਿਆ ਕਦੇ ਕੋਈ ਚੱਜ ਦੀ ਖਬਰ ਨਾ ਲੈ ਕੇ। ਮੈਂ ਆਪਣੀ ਅੱਖਾਂ ਨਾਲ ਦੇਖਿਆ। ਏਦਾਂ ਕਰ ਰਹੇ ਸੀ ਦੋਨੋਂ ਜਣੇ। ਪਰੇ ਵਰ, ਜੇ ਤੇਰੀ ਗੱਲ ਦੇ ਵਿੱਚ ਭੋਰਾ ਵੀ ਦਮ ਹੋਇਆ ਨਾ, ਅੱਜ ਮੈਂ ਸਾਲੇ ਦੋਹਾਂ ਨੂੰ ਵੜ ਦੂੰ। ਗੋਲਡੀ ਨੂੰ ਕੀ ਕਹਿ ਰਹੇ ਹੋ? ਉਹਨੇ ਤਾਂ ਆਪ ਆਪਣੀ ਅੱਖਾਂ ਨਾਲ ਦੇਖਿਆ। ਉਹਦੇ ਵੱਲ ਲੋਕੇ ਕੀ ਬਕਵਾਸ ਕਰ ਰਹੇ ਹੋ? ਇਹ ਕਹਿੰਦਾ ਦਿਓਰ ਭਰਜਾਈ ਜੰਨਕ ਦਾ ਚੱਲਦਾ ਹੈ। ਵੇਖ ਲੈ ਪਾਰਵਤੀ ਕੌਰ। ਜੀਜੂ ਉੱਪਰ ਦੀਦੀ ਨੂੰ ਛੱਡੋ, ਨੀਚੇ ਜੋ ਦੇਵਰ ਦੀਵਾਨਾ ਹੋਇਆ ਫਿਰਦਾ ਉਹਨੂੰ ਰੋਕੋ। ਉਹਨੂੰ ਮੈਂ ਸਵਾਰ ਰੋਕਾਂ ਜਦੋਂ ਮੇਰੇ ਮੁੰਡੇ ਨੇ ਉਹਨਾਂ ਨੂੰ ਹਰੀ ਝੰਡੀ ਦੇਤੀ। ਪਰ ਹੁਣ ਐਡਵੋਕੇਟ ਢਿੱਲੋਂ ਤੁਹਾਨੂੰ ਐਕਸਪ੍ਰੈਸ ਬਣ ਕੇ ਦਿਖਾਊ। ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਕੇ ਦਿਖਾਊ। ਹੁਣ ਤੱਕ ਜੋ ਨਹੀਂ ਵੀ ਸੀ ਕੀਤਾ ਉਹ ਵੀ ਕਰਕੇ ਦਿਖਾਊ। ਜੀਜੂ ਜੇ ਤੁਸੀਂ ਦੋਨੋਂ ਨਹੀਂ